Hello everyone, my name is Diksha Bhatti. I'm a vocational trainer of ITITES in GSSS Tangeda Patiala and under Indus EduTrains Private Limited Company. ਅੱਜ ਮੈਂ ਤੁਹਾਡੇ ਨਾਲ ਮਾਈਕਰੋਸਾਫਟ ਆਫਿਸ ਦਾ ਇੱਕ ਬਹੁਤ ਇੰਪੋਰਟੈਂਟ ਸੌਫਟਵੇਅਰ ਐਪਲੀਕੇਸ਼ਨ ਸ਼ੇਅਰ ਕਰਨ ਜਾ ਰਹੀ ਹਾਂ ਜਿਹਦਾ ਕਿ ਨਾਮ ਹੈ MS PowerPoint, its uses and tools. What is PowerPoint? PowerPoint ਕੀ ਹੈ? PowerPoint ਨੂੰ ਤੁਸੀਂ PPT ਜਾਂ ਪ੍ਰੈਜੈਂਟੇਸ਼ਨ ਦੇ ਨਾਮ ਨਾਲ ਜਾਣਦੇ ਹੋ। PowerPoint ਇੱਕ ਸੌਫਟਵੇਅਰ ਐਪਲੀਕੇਸ਼ਨ ਹੈ ਜਿਹੜੀ ਕਿ ਯੂਜ਼ ਹੁੰਦੀ ਹੈ ਪਾਰਟਿਕੂਲਰਲੀ ਡਾਟਾ ਅਤੇ ਇਨਫੋਰਮੇਸ਼ਨ ਨੂੰ ਟੈਕਸਟ ਅਤੇ ਡਾਇਗਰਾਮ ਦੇ ਤਰੀਕੇ ਨਾਲ ਯੂਜ਼ ਕਰਨ ਲਈ ਅਤੇ ਉਸ ਵਿੱਚ ਐਨੀਮੇਸ਼ਨ ਇਮੇजेस ਅਤੇ ਟ੍ਰਾਂਜੈਕਸ਼ਨਲ ਇਫੈਕਟਸ ਪਾ ਕੇ ਉਸ ਨੂੰ ਹੋਰ ਇੰਟਰੈਕਟਿਵ ਅਤੇ ਅਟਰੈਕਟਿਵ ਬਣਾਉਣ ਲਈ ਇਹ ਸਲਾਈਡਸ ਦੀ ਫਾਰਮ 'ਚ ਹੁੰਦੀ ਹੈ ਅਤੇ ਇਸ ਦਾ ਸਲਾਈਡ ਸ਼ੋ ਕਰਕੇ ਆਪਾਂ ਪ੍ਰੈਜੈਂਟੇਸ਼ਨ ਦਿੰਦੇ ਹਾਂ। ਪ੍ਰੈਜੈਂਟੇਸ਼ਨ ਹੈਲਪ ਕਰਦੀ ਹੈ ਆਡੀਅנס ਨੂੰ ਇੱਕ ਅੱਛੇ ਤਰੀਕੇ ਨਾਲ ਆਈਡੀਆ ਅਤੇ ਟੌਪਿਕ ਨੂੰ ਸਮਝਣ ਲਈ। ਇਨ ਅਦਰ ਵਰਡਸ, ਡਾਟਾ ਅਤੇ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਇੱਕ ਵਿਜ਼ੂਅਲਾਈਜ਼ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਇਜ਼ presentation. It is the most useful and successful application of MS Office. Uses and reason behind PowerPoint. PowerPoint ਦੇ ਹਰ ਖੇਤਰ 'ਚ ਬਹੁਤ ਹੀ uses ਹਨ ਬਟ ਇੱਥੇ ਆਪਾਂ ਕੁਝ 4 ਹੀ uses ਫੀਲਡ ਦੇ uses ਦੇਖਾਂਗੇ। PowerPoint ਐਜੂਕੇਸ਼ਨਲ ਪਰਪਸਿਸ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਯੂਜ਼ ਹੋ ਰਿਹਾ ਹੈ। ਟੀਚਰਸ ਆਨਲਾਈਨ ਟੀਚਿੰਗ ਲਈ ਪ੍ਰੈਜੈਂਟੇਸ਼ਨ ਜਾਂ PPTs ਬਣਾ ਲੈਂਦੇ ਹਨ ਜਿਨ੍ਹਾਂ ਨਾਲ ਕਿ ਵਿਦਿਆਰਥੀ ਬੜੇ ਹੀ ਇੰਜੋਏਬਲ ਅਤੇ ਅਟਰੈਕਟਿਵ ਤਰੀਕੇ ਨਾਲ ਸਟੱਡੀ ਕਰਦੇ ਹਨ। ਉਹਨਾਂ ਨੂੰ ਇਹ ਤਰੀਕਾ ਬੜਾ ਹੀ ਵਧੀਆ ਅਤੇ ਇੰਟਰਸਟਿੰਗ ਲੱਗਦਾ ਹੈ, ਇੰਜੋਏਬਲ ਲੱਗਦਾ ਹੈ। ਇਸ ਨਾਲ ਕੀ ਹੈ ਲਰਨਿੰਗ ਐਕਸਪੀਰੀਅੰਸ ਟੀਚਰ ਅਤੇ ਸਟੂਡੈਂਟਸ ਦਾ ਬਹੁਤ ਹੀ ਅੱਛਾ ਬਣ ਜਾਂਦਾ ਹੈ। PowerPoint ਇਨ ਬਿਜ਼ਨਸ 'ਚ PowerPoint ਹਮੇਸ਼ਾ ਹੀ ਯੂਜ਼ ਹੁੰਦਾ ਰਿਹਾ ਹੈ। ਬਿਜ਼ਨਸ ਅਤੇ ਆਰਗੇਨਾਈਜੇਸ਼ਨਸ ਦੇ ਸਟਰਕਚਰ ਅਤੇ ਪਲਾਨ ਬਣਾਉਣ ਲਈ ਪ੍ਰੈਜੈਂਟੇਸ਼ਨ ਦਾ ਯੂਜ਼ ਕੀਤਾ ਜਾਂਦਾ ਹੈ। PowerPoint ਘਰਾਂ 'ਚ ਵੀ ਯੂਜ਼ ਹੁੰਦਾ ਹੈ। ਹਾਊਸਵਾਈਫਸ ਯੂਜ਼ ਕਰਦੀਆਂ ਹਨ ਫੋਟੋ ਐਲਬਮਸ ਬਣਾਉਣ ਲਈ, ਵੀਡੀਓਜ਼ ਅਤੇ ਕੋਲਾਜ ਕਲੈਕਟ ਕਰਨ ਲਈ ਤਾਂ ਕਿ ਉਹ ਕਿਸੇ ਪ੍ਰੈਸ਼ੀਅਸ ਮੂਮੈਂਟ 'ਤੇ ਉਹਨੂੰ ਸ਼ੋਕੇਸ ਕਰ ਸਕਣ। PowerPoint ਫਰੈਸ਼ਰਸ ਲਈ ਵੀ ਯੂਜ਼ ਹੁੰਦਾ ਹੈ ਜਿਹੜੇ ਕਿ ਜੌਬ ਸੀਕ ਕਰ ਰਹੇ ਨੇ। ਪਹਿਲਾਂ ਵਾਂਗ ਉਹ ਹੁਣ ਹਾਰਡ ਕਾਪੀ ਰਿਜ਼ਿਊਮ ਦਾ ਟ੍ਰੈਂਡ ਨਹੀਂ ਹੈ। ਅੱਜ ਕੱਲ੍ਹ ਡਿਜੀਟਲ ਰਿਜ਼ਿਊਮਸ ਦਾ ਟ੍ਰੈਂਡ ਆ ਚੁੱਕਿਆ ਹੈ ਜਿਹੜਾ ਕਿ ਬਹੁਤ ਹੀ ਯੂਨੀਕ ਵੇ ਆਫ ਪ੍ਰੈਜ਼ੈਂਟਿੰਗ ਸਕਿੱਲਸ ਐਂਡ ਨੌਲੇਜ ਹੈ। ਇਹ ਰਿਹਾ ਆਪਣਾ PowerPoint ਦਾ ਪਹਿਲਾ ਪੇਜ। ਜਦੋਂ ਆਪਾਂ ਮਾਈਕਰੋਸਾਫਟ PowerPoint ਓਪਨ ਕਰਦੇ ਹਾਂ ਤਾਂ ਇਸ ਟਾਈਪ ਦਾ ਪਹਿਲਾ ਪੇਜ ਆਪਣੇ ਸਾਹਮਣੇ ਪ੍ਰੈਜ਼ੈਂਟ ਹੁੰਦਾ ਹੈ ਜਿਸ 'ਚ ਕਿ ਲੈਫਟ ਹੈਂਡ ਸਾਈਡ ਅਪ ਤੇ ਕੁਇਕ ਅਸੈਸ ਟੂਲ ਬਾਰ ਆਉਂਦਾ ਹੈ। ਉਸ ਤੋਂ ਨੀਚੇ ਫਾਈਲ, ਹੋਮ, ਇਨਸਰਟ, ਡਿਜ਼ਾਈਨ, ਟ੍ਰਾਂਜ਼ੈਕਸ਼ਨ ਵਰਗੀਆਂ ਆਪਸ਼ਨਸ ਆਉਂਦੀਆਂ ਹਨ। ਉਸ ਤੋਂ ਨੀਚੇ ਆਉਂਦਾ ਹੈ ਰਿਬਨ ਜਿਸ 'ਚ ਕਿ ਆਪਾਂ ਨੂੰ ਟੂਲਸ ਦਿੱਤੇ ਗਏ ਹਨ। ਉਸ ਤੋਂ ਨੀਚੇ ਇੱਕ ਸਪੇਸ ਆਉਂਦੀ ਹੈ ਜਿਹਦੇ ਲੈਫਟ ਹੈਂਡ ਸਾਈਡ 'ਤੇ ਕਾਲਮ 'ਚ ਸੀਰੀਜ਼ ਆਫ ਸਲਾਈਡਸ ਨੇ। ਜਿੰਨੀਆਂ ਸਲਾਈਡਸ ਆਪਾਂ ਬਣਾਈਆਂ ਹਨ, ਐਡ ਕੀਤੀਆਂ ਹਨ, ਉਹ ਸਾਰੀਆਂ ਉਸ ਸੀਰੀਜ਼ 'ਚ ਨੇ। ਸੈਂਟਰ 'ਚ ਆਪਣੀ ਐਕਟਿਵ ਸਲਾਈਡ ਆਉਂਦੀ ਹੈ, ਜਿਹੜੀ ਸਲਾਈਡ ਆਪਣੀ ਚੱਲ ਰਹੀ ਹੈ ਉਹ ਸਲਾਈਡ ਸੈਂਟਰ 'ਚ ਆਏਗੀ। ਉਸ ਤੋਂ ਨੀਚੇ ਕਲਿੱਕ ਟੂ ਐਡ ਨੋਟਸ ਕਰਕੇ ਇੱਕ ਆਪਸ਼ਨ ਹੈ ਜਿਹੜੀ ਕਿ ਸਪੇਸ 'ਚ ਆਪਾਂ ਨੋਟਸ ਬਣਾ ਸਕਦੇ ਹਾਂ। ਉਸ ਤੋਂ ਨੀਚੇ ਇੱਕ ਟਾਸਕ ਬਾਰ ਹੈ ਜਿਹਦੇ ਵਿੱਚ ਕਿ ਆਪਾਂ ਨੂੰ ਸ਼ਾਰਟਕਟ ਤਰੀਕੇ ਨਾਲ ਵਿਊਜ਼ ਦਿੱਤੇ ਗਏ ਹਨ ਜਿਵੇਂ ਕਿ ਨਾਰਮਲ ਵਿਊ, ਸਲਾਈਡ ਸੌਰਟਰ ਵਿਊ, ਸਲਾਈਡ ਸ਼ੋ ਵਿਊ, ਰੀਡਿੰਗ ਵਿਊ, ਜ਼ੂਮਿੰਗ ਲਈ ਸਕੇਲ ਦਿੱਤਾ ਗਿਆ ਹੈ ਡਿਕਰੀਜ਼ਿੰਗ ਟੂ ਇਨਕਰੀਜ਼ਿੰਗ ਆਰਡਰਸ। Switching views and navigating a presentation. At the lower right of the PowerPoint window ਜਿਹੜੀ ਕਿ ਆਪਾਂ ਪਹਿਲਾਂ ਸਟੇਟਸ ਬਾਰ ਤੇ ਦੇਖੀ ਹੈ ਉੱਥੇ ਜ਼ੂਮ ਸਲਾਈਡਰ ਅਤੇ 3 ਬਟਨਸ ਨੇ ਜਿਹੜੇ ਕਿ ਨਾਰਮਲ ਵਿਊ, ਸਲਾਈਡ ਸੌਰਟਰ ਵਿਊ ਅਤੇ ਸਲਾਈਡ ਸ਼ੋ ਵਿਊ ਨੇ। ਇਹ ਰਿਹਾ ਨਾਰਮਲ ਵਿਊ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਇਹ ਇੱਕ ਆਪਣਾ ਫਰੰਟ ਪੇਜ ਹੈ। ਜਦੋਂ ਆਪਾਂ PowerPoint ਓਪਨ ਕਰਦੇ ਹਾਂ ਤਾਂ ਇਹ ਪਹਿਲਾ ਪੇਜ ਆਪਣੇ ਸਾਹਮਣੇ ਆਉਂਦਾ ਹੈ। ਜਿਵੇਂ ਆਪਾਂ ਸਲਾਈਡਸ ਐਡ ਕਰਦੇ ਰਹਾਂਗੇ, ਬਣਾਉਂਦੇ ਰਹਾਂਗੇ, ਇਹ ਨਾਰਮਲ ਵਿਊ 'ਚ ਐਡ ਹੁੰਦਾ ਰਹੇਗਾ। ਉਸ ਤੋਂ ਬਾਅਦ ਆਉਂਦਾ ਹੈ ਸਲਾਈਡ ਸ਼ੋ ਵਿਊ। ਸਲਾਈਡ ਸ਼ੋ ਵਿਊ ਉਦੋਂ ਕੰਮ ਆਉਂਦਾ ਹੈ ਜਦੋਂ ਆਪਾਂ ਔਨ ਸਕਰੀਨ ਆਪਣੀ ਪ੍ਰੈਜੈਂਟੇਸ਼ਨ ਆਡੀਅנס ਨੂੰ ਸ਼ੋਕੇਸ ਕਰਨੀ ਹੋਵੇ। ਉਦੋਂ ਸਲਾਈਡ ਸ਼ੋ ਵਿਊ ਆਪਾਂ ਕਲਿੱਕ ਕਰਦੇ ਹਾਂ। ਸਲਾਈਡ ਸ਼ੋ ਵਿਊ ਕਲਿੱਕ ਕਰਨ ਲਈ ਪਹਿਲਾ ਸਟੈਪ ਇਹ ਹੈ ਕਿ ਆਪਾਂ ਆਪਣੇ ਟਾਸਕ ਬਾਰ ਦੇ ਸ਼ਾਰਟਕਟ ਕੀ 'ਤੇ ਕਲਿੱਕ ਕਰਾਂਗੇ ਸਲਾਈਡ ਸ਼ੋ
ਤਾਂ ਉੱਥੋਂ ਸਲਾਈਡ ਸ਼ੋ ਸਟਾਰਟ ਹੋ ਜਾਵੇਗੀ। ਦੂਜਾ ਤਰੀਕਾ, ਵਿਊ ਤੇ ਜਾ ਕੇ ਸਲਾਈਡ ਸ਼ੋ ਤੇ ਜਾ ਕੇ ਆਪਣੇ ਕੋਲ ਆਪਸ਼ਨ ਆਉਂਦੀ ਹੈ ਫਰੋਮ ਦ ਬਿਗਨਿੰਗ ਜਾਂ ਫਰੋਮ ਦ ਕਰੰਟ। ਫਰੋਮ ਦ ਬਿਗਨਿੰਗ ਦਾ ਮਤਲਬ ਹੈ ਫਸਟ ਸਲਾਈਡ ਤੋਂ ਆਪਾਂ ਸਲਾਈਡ ਸ਼ੋ ਸਟਾਰਟ ਕਰੀਏ। ਫਰੋਮ ਕਰੰਟ ਹੈ ਕਿ ਜਿਹੜੀ ਸਲਾਈਡ ਤੇ ਆਪਾਂ ਰੀਸੈਂਟਲੀ ਕੰਮ ਕਰ ਰਹੇ ਹਾਂ ਉਸ ਸਲਾਈਡ ਤੋਂ ਹੀ ਆਪਾਂ ਸਲਾਈਡ ਸ਼ੋ ਸਟਾਰਟ ਕਰ ਲਈਏ, ਜਾਂ ਫਿਰ F5 ਕਲਿੱਕ ਕਰਨ ਨਾਲ ਜਾਂ ਪ੍ਰੈਸ ਕਰਨ ਨਾਲ ਆਪਣਾ ਸਲਾਈਡ ਸ਼ੋ ਸਟਾਰਟ ਹੋ ਜਾਂਦਾ ਹੈ। ਸਲਾਈਡ ਨੂੰ ਅੱਗੇ ਮੂਵ ਕਰਨ ਲਈ ਆਪਾਂ ਕੀਬੋਰਡ 'ਚੋਂ 4 ਐਰੋ ਬਟਨਸ ਵਿੱਚੋਂ ਰਾਈਟ ਨੂੰ ਕਲਿੱਕ ਕਰਾਂਗੇ ਤਾਂ ਆਪਣੀ ਸਲਾਈਡ ਸ਼ੋ ਫਰਦਰ ਮੂਵ ਕਰੇਗੀ। ਲੈਫਟ ਨੂੰ ਕਲਿੱਕ ਕਰਾਂਗੇ ਤਾਂ ਬੈਕਵਰਡ ਜਾਏਗੀ। ਮਾਊਸ ਨੂੰ ਰਾਈਟ ਕਲਿੱਕ ਕਰਾਂਗੇ, ਲੈਫਟ ਕਲਿੱਕ ਕਰਾਂਗੇ ਤਾਂ ਆਪਣੀ ਪ੍ਰੈਜੈਂਟੇਸ਼ਨ ਅੱਗੇ ਵਧੇਗੀ। ਸਪੇਸ ਬਾਰ ਨੂੰ ਕਲਿੱਕ ਕਰਾਂਗੇ ਤਾਂ ਵੀ ਆਪਣੀ ਪ੍ਰੈਜੈਂਟੇਸ਼ਨ ਅੱਗੇ ਵਧੇਗੀ। ਮੂਵਿੰਗ ਸਲਾਈਡਸ ਇਨ ਸਲਾਈਡ ਸੌਰਟਰ ਵਿਊ। ਸਲਾਈਡ ਸੌਰਟਰ ਵਿਊ ਇੱਕ ਐਸਾ ਵਿਊ ਹੈ ਜਿਹਦੇ ਵਿੱਚ ਕਿ ਆਪਣੀ ਸਲਾਈਡਸ ਨੂੰ ਬਹੁਤ ਛੋਟੇ ਵਿਊ ਦਿੱਤਾ ਗਿਆ ਹੈ। ਬਹੁਤ ਹੀ ਡਿਸਟਰੀਬਿਊਸ਼ਨ ਇੱਕ ਪੇਜ ਦੇ ਉੱਤੇ ਆਪਣੀ ਸਾਰੀ ਸਲਾਈਡ ਸ਼ੋਕੇਸ ਕੀਤੀਆਂ ਜਾਂਦੀਆਂ ਹਨ। ਉੱਥੋਂ ਆਪਾਂ ਆਪਣੀ ਸਲਾਈਡ ਸਿਲੈਕਟ ਕਰਕੇ ਰੀਅਰੇਂਜ ਕਰ ਸਕਦੇ ਹਾਂ ਡਰੈਗ ਐਂਡ ਡ੍ਰੌਪ ਦੀ ਮਦਦ ਨਾਲ। ਇਹ ਰਿਹਾ ਸਲਾਈਡ ਸੌਰਟਰ ਵਿਊ। ਇੱਥੇ ਆਪਣੀ ਇੱਕ ਵਿੰਡੋ 'ਚ ਸਾਰੀ ਸਲਾਈਡਸ ਨੂੰ ਉਹਨਾਂ ਨੇ ਸ਼ੋਕੇਸ ਕਰ ਦਿੱਤਾ ਹੈ, ਜਿਹਦੇ ਨਾਲ ਆਪਾਂ ਨੂੰ ਇਹ ਹੈਲਪਫੁਲ ਹੋਇਆ ਕਿ ਆਪਾਂ ਆਪਣੀ ਸਲਾਈਡ ਨੂੰ ਕਿਵੇਂ ਰੀਅਰੇਂਜ ਕਰ ਸਕਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਪਲੈਨਿੰਗ ਪ੍ਰੈਜੈਂਟੇਸ਼ਨ। ਹਰ ਚੀਜ਼ ਕਰਨ ਤੋਂ ਪਹਿਲਾਂ ਪਲੈਨਿੰਗ ਬਹੁਤ ਹੀ ਜ਼ਰੂਰੀ ਹੈ। ਐਵੇਂ ਹੀ ਪ੍ਰੈਜੈਂਟੇਸ਼ਨ ਦੇ ਵਿੱਚ ਪ੍ਰੈਜੈਂਟੇਸ਼ਨ ਬਣਾਉਣ ਤੋਂ ਪਹਿਲਾਂ ਪਲੈਨਿੰਗ ਬਹੁਤ ਹੀ ਮਸਟ ਹੈ। ਇਹ ਕੀ ਕਰਦਾ ਹੈ, ਇੰਪਰੂਵ ਦ ਕੁਆਲਿਟੀ ਆਫ ਪ੍ਰੈਜੈਂਟੇਸ਼ਨ ਕਰਦਾ ਹੈ, ਪ੍ਰੈਜੈਂਟੇਸ਼ਨ ਨੂੰ ਇਫੈਕਟਿਵ ਅਤੇ ਇੰਜੋਏਬਲ ਬਣਾਉਂਦਾ ਹੈ, ਆਪਣਾ ਟਾਈਮ ਅਤੇ ਐਫਰਟ ਸੇਵ ਹੁੰਦੇ ਹਨ। ਪ੍ਰੈਜੈਂਟੇਸ਼ਨ ਬਣਾਉਣ ਲਈ ਆਪਾਂ ਨੂੰ ਕੁਝ ਐਸਪੈਕਟਸ ਫੋਲੋ ਕਰਨੇ ਪੈਂਦੇ ਹਨ, ਜਿਹੜੇ ਕਿ ਪਰਪਸ ਆਫ ਪ੍ਰੈਜੈਂਟੇਸ਼ਨ, ਕਿ ਪ੍ਰੈਜੈਂਟੇਸ਼ਨ ਕਿਸ ਪਰਪਸ ਤੇ ਬਣ ਰਹੀ ਹੈ, ਟਾਈਪ ਆਫ ਪ੍ਰੈਜੈਂਟੇਸ਼ਨ, ਕਿਸ ਟਾਈਪ ਦੀ ਪ੍ਰੈਜੈਂਟੇਸ਼ਨ ਬਣਾਉਣੀ ਹੈ, ਕਿਸ ਟਾਈਪ ਦੀ ਆਡੀਅנס ਲਈ ਪ੍ਰੈਜੈਂਟੇਸ਼ਨ ਬਣਾਉਣੀ ਹੈ, ਉਸ ਆਡੀਅנס ਨੂੰ ਉਸ ਪ੍ਰੈਜੈਂਟੇਸ਼ਨ 'ਚ ਕੀ ਕੁਝ ਚਾਹੀਦਾ ਹੋ ਸਕਦਾ ਹੈ, ਲੋਕੇਸ਼ਨ ਕੀ ਹੋਊਗੀ ਪ੍ਰੈਜੈਂਟੇਸ਼ਨ ਦੀ, ਅਤੇ ਫਾਰਮੈਟ ਕੀ ਹੋਣਾ ਚਾਹੀਦਾ ਹੈ। ਕ੍ਰੀਏਟਿੰਗ ਇਫੈਕਟਿਵ ਟੈਕਸਟ ਪ੍ਰੈਜੈਂਟੇਸ਼ਨਸ। ਪ੍ਰੈਜੈਂਟੇਸ਼ਨ ਦੇ ਵਿੱਚ ਟੈਕਸਟ ਐਡ ਕਰਨਾ ਇੱਕ ਸਭ ਤੋਂ ਜ਼ਿਆਦਾ ਕੰਸੈਪਚੁਅਲ ਕੰਮ ਹੈ। ਟੈਕਸਟ ਐਡ ਕਰਨਾ, ਕਿੰਨਾ ਟੈਕਸਟ ਐਡ ਕਰਨਾ ਹੈ, ਜਿੰਨਾ ਟੈਕਸਟ ਐਡ ਕਰ ਰਹੇ ਹਾਂ ਉਹ ਐਪਰੋਪ੍ਰੀਏਟ ਹੈ, ਆਡੀਅנס ਉਸ ਨਾਲ ਬੋਰ ਤਾਂ ਨਹੀਂ ਹੋ ਜਾਵੇਗੀ, ਇਹ ਸਭ ਸੋਚ ਕੇ ਆਪਾਂ ਨੂੰ ਟੈਕਸਟ ਐਡ ਕਰਨਾ ਚਾਹੀਦਾ ਹੈ। ਹੈਡਿੰਗਸ ਨੂੰ ਹਾਈਲਾਈਟ ਕਰਨਾ, ਸਬ ਹੈਡਿੰਗਸ ਨੂੰ ਥੋੜ੍ਹਾ ਘੱਟ ਹਾਈਲਾਈਟ ਕਰਨਾ ਅਤੇ ਕੰਟੈਂਟ ਨੂੰ ਬਿਲਕੁਲ ਹੀ ਘੱਟ ਹਾਈਲਾਈਟ ਕਰਨਾ, ਸਿੰਪਲ ਰੱਖਣਾ। ਸਾਰਾ ਟੈਕਸਟ ਪੈਰਾਗ੍ਰਾਫ ਵਿੱਚ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਆਪਾਂ ਨੂੰ ਬੁਲੇਟਡ ਲਿਸਟ ਜਾਂ ਨੰਬਰਡ ਲਿਸਟ ਇਨਕਲੂਡ ਕਰਨੀ ਚਾਹੀਦੀ ਹੈ ਤਾਂ ਕਿ ਪੁਆਇੰਟ ਵਾਈਜ਼ ਪੜ੍ਹਨਾ ਆਸਾਨ ਰਹੇ। ਕੁਝ ਆਰਟੀਕਲਸ ਅਨਨੈਸੈਸਰੀ ਪ੍ਰੋਨਾਊਨਸ ਜਾਂ ਐਡਜੈਕਟਿਵਸ ਆਪਾਂ ਨੂੰ ਓਮਿਟ ਕਰ ਦੇਣੇ ਚਾਹੀਦੇ ਨੇ, ਕੈਂਸਲ ਕਰ ਦੇਣੇ ਚਾਹੀਦੇ ਨੇ ਜਾਂ ਡਿਲੀਟ ਕਰ ਦੇਣੇ ਚਾਹੀਦੇ ਹਨ। ਹੁਣ ਤੁਸੀਂ ਦੇਖ ਸਕਦੇ ਹੋ ਮੇਰੀ ਪ੍ਰੈਜੈਂਟੇਸ਼ਨ ਦੇ ਵਿੱਚ ਕ੍ਰੀਏਟਿੰਗ ਇਫੈਕਟਿਵ ਟੈਕਸਟ ਪ੍ਰੈਜੈਂਟੇਸ਼ਨ ਨੂੰ ਹਾਈਲਾਈਟ ਕੀਤਾ ਗਿਆ ਹੈ, ਬਾਕੀ ਸਾਰਾ ਕੰਟੈਂਟ ਪੁਆਇੰਟਸ 'ਤੇ ਦਿੱਤਾ ਗਿਆ ਹੈ, ਜਿਹਦੇ ਨਾਲ ਕਿ ਪ੍ਰੈਜੈਂਟੇਸ਼ਨ ਇਫੈਕਟਿਵ ਲੱਗਦੀ ਹੈ। ਐਡੀਟਿੰਗ ਸਲਾਈਡਸ। ਸਲਾਈਡ ਨੂੰ ਐਡੀਟਿੰਗ ਕਰਨ ਲਈ, ਸਲਾਈਡ ਦੇ ਵਿੱਚ ਕੰਟੈਂਟ ਨੂੰ ਐਡਿਟ ਕਰਨ ਲਈ ਆਪਾਂ ਨੂੰ ਵਿਊ ਤੇ ਜਾ ਕੇ, ਆਊਟਲਾਈਨ ਵਿਊ ਤੇ ਜਾ ਕੇ ਕਲਿੱਕ ਕਰਨਾ ਪੈਂਦਾ ਹੈ, ਜਿਹਦੇ ਨਾਲ ਕੀ ਹੈਲਪ ਹੁੰਦੀ ਹੈ ਕਿ ਇੱਕ ਸਾਈਡ ਤੇ ਆਪਣੀ ਸਲਾਈਡ ਸ਼ੋ ਹੋਏਗੀ, ਦੂਜੀ ਸਾਈਡ ਤੇ ਆਪਾਂ ਨੂੰ ਸਾਰੀ ਸਲਾਈਡਸ ਦੇ ਵਿੱਚ ਜੋ ਕੰਟੈਂਟ ਲਿਖਿਆ ਹੋਇਆ ਟੈਕਸਟ ਹੈ ਉਹ ਸਾਰਾ ਸ਼ੋ ਹੋਏਗਾ, ਜਿਹਦੇ ਨਾਲ ਆਪਾਂ ਨੂੰ ਆਸਾਨੀ ਹੁੰਦੀ ਹੈ ਟੈਕਸਟ ਨੂੰ ਐਡਿਟ ਕਰਨਾ, ਰੀਡ ਕਰਨਾ। ਹਰ ਇੱਕ ਸਲਾਈਡ ਦੇ ਵਿੱਚ ਸਲਾਈਡ ਨੰਬਰ ਲਿਖਿਆ ਹੋਇਆ ਹੈ ਅਤੇ ਸਲਾਈਡ ਦਾ ਕੰਟੈਂਟ ਲਿਖਿਆ ਹੋਇਆ ਹੈ। ਆਪਾਂ ਇਸ ਵਿੱਚੋਂ ਹੀ ਸਲਾਈਡ ਦੇ ਕੰਟੈਂਟ ਨੂੰ ਐਡਿਟ ਕਰ ਸਕਦੇ ਹਾਂ। ਅਗਲਾ ਆਉਂਦਾ ਹੈ ਐਡਿੰਗ ਅ ਨਿਊ ਸਲਾਈਡ ਐਂਡ ਚੂਜ਼ਿੰਗ ਅ ਲੇਆਊਟ। ਲੇਆਊਟ ਚੂਜ਼ ਕਰਨਾ ਮਤਲਬ ਆਪਣਾ ਪ੍ਰੈਜੈਂਟੇਸ਼ਨ ਜਾਂ ਸਲਾਈਡ ਦਾ ਲੇਆਊਟ ਕਿਵੇਂ ਦਾ ਹੋਣਾ ਚਾਹੀਦਾ ਹੈ, ਟਾਈਟਲ ਆਏ ਜਾਂ ਬਲੈਂਕ ਰਹੇ, ਇਹ ਮੈਂ ਤੁਹਾਨੂੰ ਕਰਕੇ ਦਿਖਾਉਂਦੀ ਹਾਂ। ਨਿਊ ਸਲਾਈਡ ਸਿਲੈਕਟ ਕਰਨ ਲਈ ਆਪਣੇ ਕੋਲ ਉੱਪਰ ਹੋਮ ਦੇ ਵਿੱਚ ਆ ਨਿਊ ਸਲਾਈਡ ਕਰਕੇ ਆਪਸ਼ਨ ਹੈ। ਇਹ ਸਾਰੇ ਇਹਦੇ ਲੇਆਊਟਸ ਨੇ, ਆਪਾਂ ਇਹਨਾਂ 'ਚ ਕੋਈ ਵੀ ਲੇਆਊਟ ਚੂਜ਼ ਕਰਕੇ ਐਡ ਕਰ ਸਕਦੇ ਹਾਂ। ਆਹ ਦੇਖੋ ਨਵੀਂ ਸਲਾਈਡ ਐਡ ਹੋ ਗਈ। ਇੱਕ ਹੋਰ ਤਰੀਕਾ ਹੈ ਨਿਊ ਸਲਾਈਡ ਚੂਜ਼ ਕਰਨ ਦਾ। ਆਪਾਂ ਇਸ ਸਾਈਡ ਤੇ ਕਲਿੱਕ ਕਰਾਂਗੇ, ਨਿਊ ਸਲਾਈਡ ਆਪਸ਼ਨ ਆਏਗਾ, ਇਹ ਆ ਗਈ ਨਿਊ ਸਲਾਈਡ। ਇੱਥੇ ਹੀ ਰਾਈਟ ਕਲਿੱਕ ਕਰਾਂਗੇ, ਆ ਜਾਏਗਾ ਲੇਆਊਟ। ਇਹਨਾਂ 'ਚੋਂ ਕੋਈ ਵੀ ਲੇਆਊਟ ਆਪਾਂ ਚੂਜ਼ ਕਰ ਸਕਦੇ ਹਾਂ ਆਪਣੀ ਸਲਾਈਡ ਲਈ। ਅੱਗੇ ਵਧਦੇ ਹਾਂ।
ਇੰਸਰਟਿੰਗ ਅ ਟੇਬਲ ਇੰਸਰਟ ਕਿਵੇਂ ਕੀਤਾ ਜਾਂਦਾ ਹੈ ਇਹ ਵੀ ਮੈਂ ਤੁਹਾਨੂੰ ਕਰਕੇ ਦਿਖਾਣੀ ਹਾਂ। ਟੇਬਲਸ ਕੀ ਹੁੰਦੇ ਨੇ? collection of rows and columns are called tables। ਇੱਥੇ ਆਪਾਂ ਨਿਊ ਸਲਾਈਡ ਐਡ ਕਰਦੇ ਹਾਂ। ਟੇਬਲ ਐਡ ਕਰਨ ਦੇ ਦੋ ਤਰੀਕੇ ਹਨ। ਇੱਕ ਤਰੀਕਾ ਲੇਆਊਟ ਦੇ ਵਿੱਚ ਆਪਾਂ ਨੂੰ ਇਹ ਆਪਸ਼ਨ ਦਿੱਤੀਆਂ ਹੋਈਆਂ ਹਨ। ਇਹ ਰਹੀ ਟੇਬਲ ਦੀ ਆਪਸ਼ਨ। ਇਸ ਦੇ ਵਿੱਚ ਡਾਇਰੈਕਟਲੀ ਆ ਜਾਂਦਾ ਹੈ ਕਿ ਤੁਸੀਂ ਕਿੰਨੇ ਨੰਬਰ ਆਫ ਕਾਲਮਸ ਅਤੇ ਰੋਜ਼ ਐਡ ਕਰਨਾ ਚਾਹੁੰਦੇ ਹੋ। ਇੱਥੇ ਨੰਬਰ ਆਫ ਕਾਲਮਸ ਨੇ 5 ਅਤੇ ਨੰਬਰ ਆਫ ਰੋਜ਼ ਨੇ 2। ਆਪਾਂ ਓਕੇ ਤੇ ਕਲਿੱਕ ਕਰਾਂਗੇ। ਆ ਗਏ ਆਪਣੇ ਰੋਜ਼ ਐਂਡ ਕਾਲਮਸ, ਮਤਲਬ ਕਿ ਆਪਣਾ ਟੇਬਲ। ਇੱਥੋਂ ਆਪਾਂ ਸਿਲੈਕਟ ਕਰ ਸਕਦੇ ਹਾਂ ਡਿਜ਼ਾਈਨ, ਬਾਰਡਰ, ਸ਼ੇਡਿੰਗ, ਇਫੈਕਟਸ। ਆਪਾਂ ਕਿਵੇਂ ਦਾ ਆਪਣਾ ਟੇਬਲ ਚਾਹੁੰਦੇ ਹਾਂ। ਦੂਜਾ ਤਰੀਕਾ ਹੈ ਟੇਬਲ ਐਡ ਕਰਨ ਦਾ। ਇੰਸਰਟ ਤੇ ਜਾਓ, ਟੇਬਲਸ ਤੇ ਕਲਿੱਕ ਕਰੋ। ਇੱਥੇ ਤੁਸੀਂ ਦੇਖੋਗੇ ਜਿੱਥੇ ਜਿੱਥੇ ਮੇਰਾ ਕਰਸਰ ਜਾ ਰਿਹਾ ਉਹ ਹਾਈਲਾਈਟ ਹੁੰਦਾ ਜਾ ਰਿਹਾ ਹੈ। ਇਹ ਹੋ ਰਿਹਾ ਹੈ ਕਿ ਮੇਰਾ ਟੇਬਲ ਸਿਲੈਕਟ ਹੁੰਦਾ ਹੈ ਇਸ ਦੇ ਨਾਲ। ਜਾਂ ਇਹ ਤਰੀਕਾ ਹੈ ਜਾਂ ਫਿਰ ਡਰਾ ਕਰ ਸਕਦੇ ਹਾਂ ਆਪਾਂ ਆਪਣਾ ਟੇਬਲ। ਇਹ 2-3 ਤਰੀਕੇ ਨੇ ਜਿਹਦੇ ਨਾਲ ਕਿ ਆਪਾਂ ਟੇਬਲ ਇੰਸਰਟ ਕਰ ਸਕਦੇ ਹਾਂ। ਲਾਸਟ ਹੈ ਆਪਾਂ ਆਪਣੀ ਪ੍ਰੈਜੈਂਟੇਸ਼ਨ ਨੂੰ ਪ੍ਰਿੰਟ ਕਿਵੇਂ ਕਰ ਸਕਦੇ ਹਾਂ। ਪ੍ਰੈਜੈਂਟੇਸ਼ਨ ਨੂੰ ਪ੍ਰਿੰਟ ਕਰਨ ਲਈ ਆਪਾਂ ਨੂੰ ਪ੍ਰਿੰਟਿੰਗ ਆਪਸ਼ਨਸ ਦੇਖਣੀਆਂ ਪੈਂਦੀਆਂ ਹਨ। ਉਸ ਦੇ ਲਈ ਆਪਾਂ ਨੂੰ ਕੰਟਰੋਲ P ਤੇ ਕਲਿੱਕ ਕਰਨਾ ਪਏਗਾ, ਜਿਹਦੇ ਨਾਲ ਕਿ ਆਪਣਾ ਪ੍ਰਿੰਟਿੰਗ ਦਾ ਡਾਇਲੌਗ ਬਾਕਸ ਓਪਨ ਹੋ ਜਾਏਗਾ। ਕਰਕੇ ਦੇਖਦੇ ਹਾਂ। ਕੰਟਰੋਲ P ਜਾਂ ਫਿਰ ਫਾਈਲ ਤੇ ਜਾ ਕੇ ਪ੍ਰਿੰਟ ਦਾ ਆਪਸ਼ਨ। ਇਹ ਆ ਗਈ ਆਪਣੀ ਕਰੰਟ ਸਲਾਈਡ। ਇਸ 'ਚ ਆਪਸ਼ਨ ਆਉਂਦਾ ਹੈ ਕਿ ਕਿੰਨੀ ਕਾਪੀਜ਼ ਆਫ ਪ੍ਰਿੰਟ ਆਊਟਸ ਚਾਹੀਦੇ ਹਨ। ਚੂਜ਼ ਕਰਨਾ ਹੁੰਦਾ ਹੈ ਕਿਹੜਾ ਪ੍ਰਿੰਟਰ ਆਪਣਾ ਚੱਲੇਗਾ। ਉਸ ਤੋਂ ਬਾਅਦ ਕਿੰਨੀਆਂ ਸਲਾਈਡਸ ਕਰਨੀਆਂ ਨੇ, ਸਿਲੈਕਟ ਕਰਨੀਆਂ ਨੇ। ਕਰੰਟ ਸਲਾਈਡ ਕਰਨੀ ਹੈ ਸਿਰਫ ਜਾਂ ਸਾਰੀ ਸਲਾਈਡਸ ਕਰਨੀਆਂ ਹਨ। ਫੁੱਲ ਪੇਜ ਤੇ ਕਰਨੀਆਂ ਹਨ, ਉਹ ਸੈਟਿੰਗਸ ਆਉਣਗੀਆਂ ਇੱਥੇ ਸਭ। ਕਲਰ ਕਰਨੀ ਹੈ, ਬਲੈਕ ਐਂਡ ਵਾਈਟ ਕਰਨੀ ਹੈ ਜਾਂ ਕਿਵੇਂ ਵੀ। ਪ੍ਰਿੰਟ ਦੇ ਆਪਸ਼ਨ ਤੇ ਕਲਿੱਕ ਕਰੋਗੇ, ਇੱਥੇ ਪ੍ਰੀਵਿਊ ਹੋ ਰਿਹਾ ਹੈ ਸਾਰਾ। ਪ੍ਰਿੰਟ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਰੇ ਪ੍ਰਿੰਟ ਆਊਟਸ ਪ੍ਰਿੰਟ ਹੋ ਜਾਣਗੇ। ਇਹ ਰਿਹਾ ਆਪਣਾ PowerPoint presentation the video। I hope you like the video. Thank you very much.